RSS हैगी आ राष्ट्रीय सेवक संघ ते राष्ट्रीय किसान मजदूर महासंघ ਉਹਦੀ ਇੱਕ शाखा है ਤੇ ਉਹਦੀ शाखा ਦੇ ਮੀਤ ਪ੍ਰਧਾਨ ਨੇ ਡੱਲੇਵਾਲ ਸਾਹਿਬ ਤੇ ਫਿਰ ਉਹ ਜੋ ਤੋਂ ਇਸ਼ਾਰਾ ਆਉਂਦਾ ਫਿਰ ਉਹਨੂੰ ਲਾਗੂ ਕਰਨਾ ਵੀ ਹੁਣ ਇਹਨੂੰ SKM ਨੂੰ ਤੋੜ ਦਿਓ ਖੇਰੂ ਖੇਰੂ ਕਰ ਦਿਓ ਇਹ ਕਹਿ ਕੇ ਰਾਜਨੀਤਿਕ ਗੈਰ ਰਾਜਨੀਤਿਕ ਪਰ ਮੈਂ ਇਹ ਗੱਲ ਕਹਾਂਗਾ ਬਾਈਆਂ ਨੂੰ ਤਾਂ ਇਗਨੋਰ ਹੁੰਦਾ ਤੇ ਪੰਜ ਜਥੇਬੰਦੀਆਂ ਨੂੰ ਉਹ ਮੀਟਿੰਗ ਦਿੰਦਾ ਮੁੱਖ ਮੰਤਰੀ ਮੁੜ ਦਿੰਦਾ ਹੈ ਤੇ ਫਿਰ ਉਹਨੂੰ ਇਸ਼ਾਰਾ ਕਿੱਥੋਂ ਹੈ ਨਾਗਪੁਰ ਤੋਂ ਚੱਲਦੀ ਹੈ ਉਹ RSS ਉਹਨੂੰ ਉਹਦਾ ਇਸ਼ਾਰਾ ਹੈ ਵੀ ਭਾਈ ਇਹਨਾਂ ਨੂੰ ਪ੍ਰਮੋਟ ਕਰੋ ਤੇ ਇਹਨਾਂ ਨੂੰ ਡੈਮੇਜ ਕਰੋ ਜਿੰਨਾ ਕਰ ਸਕਦੇ ਹੋ ਤਾਈਓ ਉਹਨਾਂ ਦੀ ਗੱਲ ਇੱਥੇ ਲਾਗੂ ਹੋਊਗੀ ਗੱਲ ਸੱਚ ਹੈ ਵੀ ਜਿਹੜੇ ਸ਼ਿਵ ਕੁਮਾਰ ਕੱਕਾ ਜੀ ਆ ਉਹ RSS ਦੇ ਵਿੱਚ ਰਹੇ ਨੇ ਪਹਿਲਾਂ RSS ਇੰਜ ਕਰਦੀ ਹੈ ਵੀ ਜੇ ਕਿਸੇ ਨੂੰ ਆਪਣੇ ਬੰਦੇ ਨੂੰ ਨਹੀਂ ਦੂਸਰੀ ਧਿਰ 'ਚ ਬਾਣਨਾ ਹੈ ਤੇ ਫਿਰ ਉਹਨੂੰ ਆਪਣੇ ਵੱਲੋਂ ਕੱਢ ਦਿੰਦੇ ਨੇ ਸੋ ਉਹ ਸ਼ਿਵ ਕੁਮਾਰ ਕੱਕਾ ਜੀ ਨੇ ਆਪ ਮੰਨਿਆ ਕਿ ਮੈਂ RSS 'ਚ ਰਿਹਾ ਤੇ ਮੈਂ ਹੁਣ ਛੱਡ ਆਇਆ ਪਰ ਉਹ RSS ਦੇ ਅੱਜ ਵੀ ਪਤਾ ਲੱਗ ਰਿਹਾ ਵੀ ਜਿਹੜੇ ਗੋਵਿੰਦਾਚਾਰੀਆ ਜੀ ਨੇ RSS ਦੇ ਹੁਣ ਇੱਕ ਸੰਗਠਨ ਬਣਾਇਆ ਹੋਇਆ ਕੋਈ ਉਸ ਸੰਗਠਨ ਦੇ ਅੱਜ ਵੀ ਸ਼ਿਵ ਕੁਮਾਰ ਕੱਕਾ ਉਹਨਾਂ ਦੇ ਨਾਲ ਮੈਂਬਰ ਨੇ ਤਾਂ ਫਿਰ ਇੱਥੋਂ ਲੱਗਦਾ ਹੈ ਵੀ ਜਿਹੜਾ ਰਾਸ਼ਟਰੀ ਕਿਸਾਨ ਮਹਾਸੰਘ ਹੈ ਉਹਦੇ ਉਹ ਪ੍ਰੈਜ਼ੀਡੈਂਟ ਨੇ ਔਰ ਵਾਈਸ ਪ੍ਰੈਜ਼ੀਡੈਂਟ ਨੇ ਜਗਜੀਤ ਸਿੰਘ ਡੱਲੇਵਾਲ ਜੀ ਜਦੋਂ ਆਪ ਜੱਫੀ ਪਾਉਂਦੇ ਨੇ ਫਿਰ ਤਾਂ ਬੜਾ ਚੰਗਾ ਹੈ ਫਿਰ ਉੱਥੋਂ ਸ਼ੱਕ ਦਾ ਘੇਰਾ ਨਜ਼ਰ ਆਉਂਦਾ ਵੀ ਇਹ ਜਿਹੜੀ ਗੱਲ ਹੈ ਅਸੀਂ ਤਾਂ ਪ੍ਰਾਪਤੀ ਕੀਤੀ ਸੀ ਨਾ 20,000 ਪ੍ਰਤੀ ਏਕੜ ਦੀ ਪ੍ਰਾਪਤੀ ਵੀ ਕੋਈ ਨਹੀਂ ਤੇ ਜੱਫੀਆਂ ਵੀ ਪਾ ਲਈਏ ਤੇ ਫਿਰ ਉਹਨਾਂ ਦੇ ਕਸੀਦੇ ਵੀ ਪੜ੍ਹੀ ਜਾਈਏ ਫਿਰ ਉਹਦੇ ਮਗਰ ਸ਼ੱਕ ਦਾ ਘੇਰਾ ਵੱਧਦਾ ਹੈ ਵੀ ਇਹ ਕਿਤੇ RSS ਦਾ ਇਸ਼ਾਰਾ ਤਾਂ ਨਹੀਂ ਉੱਪਰੋਂ ਮੈਂ ਜੋ ਸਮਝਦਾ ਇੱਕ ਉਹ ਰਾਸ਼ਟਰੀ ਕਿਸਾਨ ਮਹਾਸੰਘ ਹੈ ਜਿਹਨੂੰ ਉਹ ਤਕੜਾ ਕਰਨਾ ਚਾਹੁੰਦੇ ਨੇ SKM ਨੂੰ ਆਪਾਂ ਠੇਸ ਪਹੁੰਚਾ ਕੇ ਤੋੜ ਕੇ ਇਹ ਕਹਿ ਕੇ ਕਿ ਜੀ ਉਹ ਤਾਂ ਸਿਆਸੀ ਹੈ ਲੜਨਾ ਤਾਂ 5-6 ਜਥੇਬੰਦੀਆਂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਹਾਮੀ ਬਣਾ ਦਿੰਦੇ ਨੇ ਵੀ ਇਹ ਹਾਮੀ ਸਨ ਅਸੀਂ ਤਾਂ ਹਾਮੀ ਸਾਂ ਪਰ ਜਿਹੜੇ ਇਹਨਾਂ ਦੇ ਨਾਲ ਨੇ ਇਹਨਾਂ ਦੇ ਧੜੇ 'ਚ ਨੇ ਡੱਲੇਵਾਲ ਸਾਹਿਬ ਦੇ ਉਹ ਪੰਜਾਬ ਮਿਸ਼ਨ 'ਚ ਚੜੂਨੀ ਸਾਹਿਬ ਦੇ ਨਾਲ ਸਨ ਉਹ ਟਿਕਟਾਂ ਮੰਗ ਰਹੇ ਸਨ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਾਹਿਲ। ਕਿਸਾਨ ਲਹਿਰ ਨੇ ਇੱਕ ਵਾਰ ਫਿਰ ਤੋਂ ਸਿਰ ਚੁੱਕਿਆ ਹੈ। ਲਖੀਮਪੁਰ ਖੀਰੀ ਦੇ ਵਿੱਚ 3 ਰੋਜ਼ਾ ਮੋਰਚਾ ਲਗਾਇਆ ਗਿਆ ਉੱਥੇ ਕਿਸਾਨ ਆਗੂ ਪਹੁੰਚੇ ਸਨ ਤੱਤੇ ਭਾਸ਼ਣ ਵੀ ਹੋਏ ਨੇ ਤੇ ਉਹ ਉੱਥੋਂ ਮੁੜ ਕੇ ਆਏ ਨੇ ਤੇ ਅੱਜ ਆਪਾਂ ਜਾਣਾਂਗੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਤੋਂ ਕਿ ਕਿਸਾਨ ਲਹਿਰ ਕਿੱਥੇ ਕੁ ਖੜੀ ਆ ਇਹਦਾ ਭਵਿੱਖ ਕੀ ਆ। ਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੀ ਲਖੀਮਪੁਰ ਖੀਰੀ 3 ਦਿਨਾਂ ਦਾ ਮੋਰਚਾ ਲੱਗਾ ਤੁਸੀਂ ਵੀ ਉੱਥੇ ਗਏ ਕੀ ਲੱਗਦਾ ਵੀ ਕੀ ਸੰਯੁਕਤ ਕਿਸਾਨ ਮੋਰਚਾ ਆਪਣੇ ਪੁਰਾਣੇ ਰੌਂ ਦੇ ਵਿੱਚ ਆ ਰਿਹਾ? ਬਿਲਕੁਲ ਆ ਰਿਹਾ ਕਿਉਂਕਿ ਜਿਵੇਂ ਲੱਗਦਾ ਸੀ ਸਰਕਾਰਾਂ ਨੂੰ ਵੀ ਜਦੋਂ ਮੋਰਚਾ ਉੱਥੋਂ ਦਿੱਲੀ ਦੀਆਂ ਬਰੂਹਾਂ ਤੋਂ ਅਸੀਂ ਖਤਮ ਕਰਕੇ ਆਏ ਮੋਰਚਾ ਚੁੱਕ ਕੇ ਲਿਆਏ ਆ ਤੇ ਲੱਗ ਰਿਹਾ ਸੀਗਾ ਵੀ ਇਹ ਸ਼ਾਇਦ ਮੁੜ ਕੇ ਲੋਕ ਨਹੀਂ ਨਿਕਲਣਗੇ ਘਰਾਂ ਤੋਂ ਤੇ ਪਰ ਉਸ ਲਖੀਮਪੁਰ ਖੀਰੀ ਦੇ ਮੋਰਚੇ ਵਾਸਤੇ ਲੋਕ ਨਿਕਲ ਕੇ ਆਏ ਬੜਾ ਮਤਲਬ ਕਹਿ ਦਿਓ ਕਿ ਪੰਜਾਬ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਦਾ ਉੱਥੇ ਚਲੇ ਜਾਣਾ ਔਰ ਉੱਤਰਾਖੰਡ ਯੂਪੀ ਤੋਂ ਲੋਕਾਂ ਦਾ ਆਉਣਾ ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਵੀ ਮੁੜ ਸਾਨੂੰ ਇਹ ਲੱਗਾ ਵੀ ਮੁੜ ਉਹੀ ਜੋਸ਼ ਉਹੀ ਉਦਮ ਸਾਰਾ ਨਜ਼ਰ ਆਇਆ। ਪਰ ਕਿਤੇ ਨਾ ਕਿਤੇ SKM ਜੇਕਰ ਦਫਾੜ ਹੋਇਆ ਅਜੇ ਮਿਸ਼ਰਾ ਟੈਣੀ ਦਾ ਬਿਆਨ ਆਉਂਦਾ ਬੜੀ ਭੱਦੀ ਸ਼ਬਦਾਵਲੀ ਵਰਤਦੇ ਆ ਕਿਤੇ ਇਹ ਤਾਂ ਨਹੀਂ ਵੀ SKM ਦੇ ਦਫਾੜ ਹੋਣ ਨਾਲ ਸਰਕਾਰਾਂ ਦੇ ਹੌਸਲੇ ਬੁਲੰਦ ਹੋ ਰਿਹਾ ਕਿ ਇਹਨਾਂ ਨੂੰ ਹੁਣ ਦਬਾਇਆ ਜਾ ਸਕਦਾ? ਦੇਖੋ ਇਹ ਤਾਂ ਹੁੰਦਾ ਹੀ ਹੈ ਜਦੋਂ ਅਸੀਂ ਆਪਸ ਵਿੱਚ ਹੀ ਏਕਤਾ ਨਾ ਹੋਵੇ ਦੋ ਹਿੱਸਿਆਂ 'ਚ ਵੰਡ ਜਾਈਏ ਸਰਕਾਰ ਨੂੰ ਪਤਾ ਲੱਗ ਜਾਂਦਾ ਵੀ ਤਾਕਤ ਦੋ ਹਿੱਸਿਆਂ 'ਚ ਵੰਡੀ ਗਈ ਤੇ ਫਿਰ ਉਹ ਸਰਕਾਰਾਂ ਨੂੰ ਮੌਕਾ ਤਾਂ ਮਿਲਦਾ ਹੈ ਇਹ 'ਚ ਕੋਈ ਦੋ ਰਾਏ ਨਹੀਂ ਵੀ ਸਰਕਾਰ ਜਿਹੜੀ ਆ ਉਹ ਅੱਗੇ ਤੋਂ ਅਟੈਕ ਵੱਲ ਜ਼ਿਆਦਾ ਆਈ ਆ ਅਟੈਕ ਕਰ ਰਹੀ ਆ ਤੁਸੀਂ ਉਹ ਦੇਖ ਰਹੇ ਹੋ ਮੈਂ ਵੀ ਉਹ ਸੁਣਿਆ ਜਿਹੜਾ ਅਜੇ ਮਿਸ਼ਰਾ ਟੈਣੀ ਦਾ ਬਿਆਨ ਹੈ ਉਹ ਜਿਸ ਸ਼ਬਦਾਵਲੀ 'ਚ ਬੋਲ ਰਿਹਾ ਔਰ ਭਾਰਤ ਸਰਕਾਰ ਉਹ 'ਤੇ ਕੋਈ ਲਗਾਮ ਨਹੀਂ ਕੱਸ ਰਹੀ ਇਹ ਲਗਭਗ ਇਹ ਨਜ਼ਰ ਆਉਂਦਾ ਵੀ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਲੱਗ ਰਿਹਾ ਵੀ ਮੋਰਚਾ ਹੁਣ ਦੋ ਫਾੜ ਹੋਇਆ ਦੋ ਜਗ੍ਹਾ ਹੈ ਤੇ ਅਸੀਂ ਆਪਣੀਆਂ ਮਨਮਾਨੀਆਂ ਕਰੀ ਜਾਈਏ ਪਰ ਇਹ ਜ਼ਿਆਦਾ ਸਮਾਂ ਨਹੀਂ ਚੱਲਣਾ ਵਾਹਿਗੁਰੂ ਕਰੇ ਏਕਾ ਹੋਏਗਾ ਤੇ ਮੁੜ ਉਹੀ ਗੁਲਦਸਤਾ ਬਣੇਗਾ ਜਿਹੜਾ ਪੂਰੇ ਦੇਸ਼ ਦਾ ਪਹਿਲਾਂ ਬਣਿਆ ਤੇ ਤਿੰਨੋਂ ਕਾਨੂੰਨ ਰੱਦ ਕਰਵਾਏ ਨੇ ਕਿਰਪਾ ਕਰੇ ਵਾਹਿਗੁਰੂ ਫਿਰ ਉਸ ਲੈ 'ਚ ਮੋਰਚਾ ਆਊਗਾ ਜੀ। ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਹੈ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਜਿਹਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਹੋਰੀ ਕਰ ਰਹੇ ਨੇ। ਜਦੋਂ ਕਿਸਾਨ ਲਹਿਰ ਨੇ ਦਿੱਲੀ ਜਾਣ ਤੋਂ ਪਹਿਲਾਂ ਇਹ ਗੱਲ ਕਹੀ ਜਾਂਦੀ ਆ ਵੀ BKU ਦੁਆਬਾ ਦੇ ਮਨਜੀਤ ਸਿੰਘ ਰਾਏ ਤੇ BKU ਸਿੱਧੂਪੁਰ ਦੇ ਜਗਜੀਤ ਸਿੰਘ ਡੱਲੇਵਾਲ ਦੀ ਨੇੜਤਾ ਬਹੁਤ ਸੀ
ਤੇ ਇਹ ਵੀ ਗੱਲਾਂ ਆਉਂਦੀਆਂ ਸੀ ਵੀ ਸ਼ਾਇਦ ਮਨਜੀਤ ਸਿੰਘ ਰਾਏ ਹੋਰੀ ਰਲੇਵਾਂ ਵੀ ਕਰ ਰਹੇ ਸਿੱਧੂਪੁਰ ਹੋਰਾਂ ਨਾਲ, ਕਿੰਨੀ ਕੁ ਸੱਚਾਈ ਇਸ ਗੱਲ ਦੇ ਵਿੱਚ? ਨਹੀਂ, ਅਸੀਂ ਸਿੱਧੂਪੁਰ ਸਾਹਿਬ ਨਾਲ ਇਕੱਲਾ ਡੱਲੇਵਾਲ ਸਾਹਿਬ ਨਾਲ ਰਲੇਵਾਂ ਨਹੀਂ, ਅਸੀਂ ਤਾਂ ਪੂਰੇ ਦੇਸ਼ ਦੇ ਉਸ SKM ਦਾ ਰਲੇਵਾਂ ਚਾਹੁੰਦੇ ਹਾਂ, ਇਕੱਠਾ ਹੋ ਜਾਏ, ਸਾਰਾ ਏਕਾ ਹੋ ਜਾਏ। ਅਸੀਂ ਤਾਂ ਉਹਦੇ ਹਾਮੀ ਹਾਂ। ਅਸੀਂ ਤਾਂ ਡੱਲੇਵਾਲ ਸਾਹਿਬ ਕੋਲ ਜਾ ਕੇ ਆਏ, ਉਹਨਾਂ ਨੂੰ ਬੇਨਤੀ ਕਰਕੇ ਆਏ ਕਿ ਤੁਸੀਂ ਹੁਣ ਤੱਕ ਜਿਹੜੀ ਵੀ ਸ਼ਬਦਾਵਲੀ ਇੱਕ ਦੂਜੇ ਤੇ ਵੱਡੇ ਆਗੂਆਂ ਨੇ ਵਰਤ ਲਈ, ਸਾਤੋਂ ਵੀ, ਜੇਕਰ ਮੈਂ ਤਾਂ ਇਹ ਵੀ ਕਿਹਾ ਵੀ ਜੇ ਸਾਤੋਂ ਵੀ ਕੋਈ ਸ਼ਬਦ ਬੋਲਿਆ ਗਿਆ ਹੋਵੇ ਤੇ ਅਸੀਂ ਛੋਟਿਆਂ ਤੁਹਾਤੋਂ, ਬੜੇ ਹਮੇਸ਼ਾ ਛੋਟਿਆਂ ਨੂੰ ਮਾਫ ਕਰ ਦਿਆ ਕਰਦੇ ਨੇ, ਪਰ ਆਪਾਂ ਏਕਾ ਕਰ ਲਈਏ। ਤੇ ਇਹ ਬੇਨਤੀ ਕੀਤੀ, ਪਰ ਪਤਾ ਨਹੀਂ ਕੀ ਗੱਲ ਹੈ ਉਹਨਾਂ ਦੇ ਮਾਈਂਡ 'ਚ, ਕੀ ਗੱਲ ਹੈ। ਉਹਨਾਂ ਨੇ ਉਸ ਦਿਨ ਸਾਨੂੰ ਕਿਹਾ ਸੀ ਕਿ ਅਸੀਂ ਆਪਣਾ ਇੱਕ ਸਾਡਾ ਥੜਾ ਬਣ ਚੁੱਕਾ ਹੈ 60-70 ਜਥੇਬੰਦੀਆਂ ਦਾ, ਅਸੀਂ ਸਲਾਹ ਕਰਕੇ ਦੱਸਾਂਗੇ, ਪਰ ਉਹਨੇ ਦੱਸਿਆ ਕੁਝ ਨਹੀਂ ਮੁੜ ਕੇ। ਔਰ ਉਲਟਾ ਉਹਨਾਂ ਦਾ ਇੱਕ ਬਿਆਨ ਆਇਆ ਜਿਹੜਾ ਕਿ ਉਹ ਸਾਨੂੰ ਚੰਗਾ ਨਹੀਂ ਲੱਗਾ ਕਿ ਵੱਡਾ ਆਗੂ ਇੱਦਾਂ ਦਾ ਬਿਆਨ ਦੇਵੇ। ਉਹਨਾਂ ਨੇ ਕਿਹਾ ਵੀ ਆਏ ਤਾਂ ਸਨ ਬੰਦੇ, ਉਹ ਕਿਹਾ ਵੀ ਕਮੇਟੀ ਇੱਕ ਤੁਹਾਡੇ ਕੋਲ ਆਈ ਸੀ, ਆਏ ਤਾਂ ਸਨ ਪਰ ਉਹ ਗੱਲ ਜਾਲੀ ਜਿਹੀ ਸੀ। ਇਸ ਤਰੀਕੇ ਨਾਲ ਉਹਨਾਂ ਨੁਮਾਇੰਦਿਆਂ ਨੂੰ, ਮੈਂ ਤਾਂ ਚਲੋ ਬੱਚਾ ਹੈ ਉਹਨਾਂ ਦੇ ਮੂਹਰੇ, ਪਰ ਸਤਨਾਮ ਸਿੰਘ ਬਹਿਰੂ ਜਿਹੜੇ ਆ ਉਹ ਉਹਨਾਂ ਤੋਂ ਸੀਨੀਅਰ ਨੇ, ਪੁਰਾਣੇ ਆਗੂ ਨੇ, ਔਰ ਉਹ ਨਾਲ ਗਏ ਸਨ। ਸੋ ਉਹਨਾਂ ਨੂੰ ਇਦਾਂ ਦਾ ਕਹਿ ਦੇਣੇ ਸ਼ਬਦਾਵਲੀ ਵੀ ਉਹ ਜਾਲੀ ਜਿਹਾ ਸੀ ਕੰਮ, ਉਹ ਠੀਕ ਨਹੀਂ ਸੀ, ਇਹ ਬਹੁਤ ਮਾੜੀ ਗੱਲ ਹੈ। ਅਸੀਂ ਫਿਰ ਵੀ ਉਹਨਾਂ ਨੂੰ ਕਹਿੰਦੇ ਆ ਵੀ ਡੱਲੇਵਾਲ ਸਾਹਿਬ, ਆਪਾਂ ਇਹਨੂੰ ਏਕਾ ਕਰੀਏ, ਇਦਾਂ ਦੇ ਸ਼ਬਦ ਨਾ ਵਰਤੋ ਵੀ। ਅਸੀਂ, ਸਾਡੀ ਜਥੇਬੰਦੀ ਅਲੱਗ ਹੈ, ਉਹਨਾਂ ਦੀ ਜਥੇਬੰਦੀ ਅਲੱਗ ਹੈ। ਇੱਕ ਜ਼ਰੂਰ ਰਿਹਾ ਕਿ ਅਸੀਂ ਸ਼ੁਰੂ ਤੋਂ, ਜਦੋਂ ਤੋਂ ਸਾਡੀ ਸਾਂਝ ਉਹਨਾਂ ਨਾਲ ਬਣੀ ਹੈ, ਕਿਉਂਕਿ ਜਿਹੜੇ ਪਿਸ਼ੌਰਾ ਸਿੰਘ ਸਿੱਧੂ ਸੀਗੇ ਸਿੱਧੂਪੁਰ ਸਾਹਿਬ, ਉਹਨਾਂ ਦੇ ਨਾਲ ਸਾਡੇ ਜਿਹੜੇ ਸੈਕਟਰੀ ਸਾਹਿਬ ਸਾਡੀ ਜਥੇਬੰਦੀ ਸਤਨਾਮ ਸਿੰਘ ਸਾਨੀ, ਇਹਨਾਂ ਦੀ ਕਾਫੀ ਨੇੜਤਾ ਸੀ ਪਹਿਲਾਂ ਤੋਂ, ਔਰ ਇੱਕ ਦੂਜੇ ਦੇ ਦਿਨ ਸੋਤੇ ਜਾਇਆ ਕਰਦੇ ਸਨ, ਇੰਨਾ ਪਿਆਰ ਸੀ। ਤਾਂ ਉਦੋਂ ਤੋਂ ਅਸੀਂ ਉਹ ਜਥੇਬੰਦੀ, ਉਹ ਆਪਣੀ ਜਗ੍ਹਾ ਲੜਦੀ, ਅਸੀਂ ਆਪਣੀ ਜਗ੍ਹਾ, ਪਰ ਅਸੀਂ ਇਕੱਠੇ ਹੋ ਕੇ ਲੜਦੇ ਸੀ। ਜਦੋਂ ਮੋਰਚਾ ਚੱਲ ਰਿਹਾ ਸੀ, ਕੁਝ ਜਥੇਬੰਦੀਆਂ ਸੋਧਾਂ ਦੇ ਹੱਕ ਵਿੱਚ ਵੀ ਆਈਆਂ ਸੀ, ਕੁਝ ਜਥੇਬੰਦੀਆਂ ਆੜੀਆਂ ਹੋਈਆਂ ਸੀ ਵੀ ਨਹੀਂ ਰੱਦ ਹੀ ਕਰਵਾਉਣੇ ਆ। ਇਹ ਵੀ ਗੱਲ ਆਉਂਦੀ ਹੈ ਵੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕੁਝ ਜਥੇਬੰਦੀਆਂ ਨੂੰ ਸਹਿਮਤ ਕਰ ਲਿਆ ਕਿ ਆਪਾਂ ਸੋਧਾਂ ਤੇ ਮੰਨ ਜਾਈਏ, ਫਿਰ ਖੁਦ ਮੀਟਿੰਗ ਵਿੱਚ ਉਹ ਮਾਹੌਲ ਵੇਖ ਕੇ ਉਹ ਬਦਲੇ ਕਿ ਨਹੀਂ, ਉਹ ਖੁਦ ਰੱਦ ਵਾਲੇ ਪਾਸੇ ਚਲੇ ਗਏ। ਇਦਾਂ ਦੇ ਵੀ ਕੁਝ ਹੋਇਆ? ਨਹੀਂ, ਦੇਖੋ ਇਹ ਮੈਂ ਕਹੂੰਗਾ ਇਹ ਕੌਨਫੀਡੈਂਸ਼ੀਅਲ ਗੱਲਾਂ ਰਹੀਆਂ ਅੰਦਰਲੀਆਂ, ਉਹ ਸਾਨੂੰ ਇਦਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਚਾਹੇ ਮੈਂ ਹੋਵਾਂ, ਚਾਹੇ ਡੱਲੇਵਾਲ ਸਾਹਿਬ ਹੋਣ, ਅਸੀਂ ਉਹ ਗੱਲਾਂ ਬਾਹਰ ਨਹੀਂ ਕਰਨੀਆਂ ਚਾਹੀਦੀਆਂ। ਜੇ ਕੋਈ ਆਗੂ ਕਰਦਾ ਤਾਂ ਉਹਦੇ ਲਈ ਵੱਡੀ ਮਾੜੀ ਗੱਲ ਹੋਊਗੀ। ਉਹ ਅੰਦਰਲੀਆਂ ਗੱਲਾਂ ਸੀ ਸਾਡੀਆਂ, ਉਹ ਗੁਪਤ ਗੱਲਾਂ ਸਨ, ਉਹ ਕਦੇ ਵੀ ਨਹੀਂ ਬਾਹਰ ਆਉਣੀਆਂ ਚਾਹੀਦੀਆਂ। ਜੇ ਬਾਹਰ ਆਉਣਗੀਆਂ ਤਾਂ ਉਹਦੇ ਨਾਲ ਨੁਕਸਾਨ ਹੋਏਗਾ ਸਾਡੀ ਕਿਸਾਨੀ ਦਾ, ਸਾਡੇ SKM ਦਾ, ਮੋਰਚੇ ਦਾ। ਸੋ ਉਹ ਗੱਲਾਂ ਨੂੰ ਮੈਂ ਕਹਿੰਦਾ ਨਹੀਂ ਬਾਹਰ ਲਿਆਉਣਾ ਚਾਹੀਦਾ, ਏਕਤਾ ਵਾਸਤੇ ਹਾਮੀ ਰਹਿਣਾ ਚਾਹੀਦਾ। ਸੋ ਕੁਝ ਗੱਲਾਂ ਜਿਹੜੀਆਂ ਆ ਉਹਨਾਂ ਤੇ ਕਹਿੰਦੇ ਪਰਦਾ ਪਾਉਣਾ ਚੰਗਾ ਹੁੰਦਾ, ਉਹਨਾਂ ਨੂੰ ਢੱਕ ਕੇ ਰੱਖਣਾ ਚੰਗਾ ਹੁੰਦਾ। ਸੋ ਪਰਦੇ ਵਿੱਚ ਹੀ ਰਹਿਣੇ ਤੋਂ ਤਾਂ ਉਹੀ ਠੀਕ ਹੈ। ਜਗਜੀਤ ਸਿੰਘ ਡੱਲੇਵਾਲ ਤੇ ਇੱਕ ਹੋਰ ਦੋਸ਼ ਲੱਗਦਾ ਜੀ ਵੀ ਉਹ RSS ਨਾਲ ਸੰਬੰਧ ਰੱਖਦੇ ਨੇ। ਇਹ ਦੋਸ਼ ਉਹਨਾਂ ਤੇ ਤਾਂ ਲੱਗਦਾ ਵੀ ਉਹਨਾਂ ਦਾ ਸੰਬੰਧ ਜਿਹੜਾ ਸ਼ਿਵ ਕੁਮਾਰ ਕੱਕਾ ਜੀ ਨਾਲ ਹੈ, ਜਿਨ੍ਹਾਂ ਦਾ ਪਿਛੋਕੜ RSS ਨਾਲ ਜੁੜਦਾ। ਕੀ ਜਗਜੀਤ ਸਿੰਘ ਡੱਲੇਵਾਲ ਜੇਕਰ ਅੱਜ ਮੋਰਚੇ ਨੂੰ ਇਸ ਤਰੀਕੇ ਦੇ ਨਾਲ ਪਾਸੇ ਲਿਜਾ ਕੇ ਕੰਮ ਕਰ ਰਹੇ ਨੇ, ਇੱਕ ਹੋਰ ਧੜਾ ਬਣਾ ਰਹੇ ਨੇ, ਤਾਂ ਇਹਦੇ ਪਿੱਛੇ RSS ਦੇ ਪੈਂਤੜੇ ਤੇ ਕੰਮ ਕਰ ਰਹੇ ਨੇ ਉਹ? ਦੇਖੋ, ਸਾਨੂੰ ਨਹੀਂ ਪਤਾ ਕਿਹੜਾ ਪੈਂਤੜਾ ਹੈ, ਪਰ ਇਹ ਗੱਲ ਸੱਚ ਹੈ ਵੀ ਜਿਹੜੇ ਸ਼ਿਵ ਕੁਮਾਰ ਕੱਕਾ ਜੀ ਆ ਉਹ RSS ਦੇ ਵਿੱਚ ਰਹੇ ਨੇ ਪਹਿਲਾਂ। RSS ਇੰਜ ਕਰਦੀ ਹੈ ਵੀ ਜੇ ਕਿਸੇ ਨੂੰ ਆਪਣੇ ਬੰਦੇ ਨੂੰ ਨਹੀਂ ਦੂਸਰੀ ਧਿਰ 'ਚ ਬਾਣਨਾ ਹੈ ਤੇ ਫਿਰ ਉਹਨੂੰ ਆਪਣੇ ਵੱਲੋਂ ਕੱਢ ਦਿੰਦੇ ਨੇ। ਸੋ ਉਹ ਸ਼ਿਵ ਕੁਮਾਰ ਕੱਕਾ ਜੀ ਨੇ ਆਪ ਮੰਨਿਆ ਕਿ ਮੈਂ RSS 'ਚ ਰਿਹਾ ਤੇ ਮੈਂ ਹੁਣ ਛੱਡ ਆਇਆ, ਪਰ ਉਹ RSS ਦੇ ਅੱਜ ਵੀ ਪਤਾ ਲੱਗ ਰਿਹਾ ਵੀ ਜਿਹੜੇ ਗੋਵਿੰਦਾਚਾਰੀਆ ਜੀ ਨੇ RSS ਦੇ, ਉਹਨੇ ਇੱਕ ਸੰਗਠਨ ਬਣਾਇਆ ਹੋਇਆ ਕੋਈ, ਉਸ ਸੰਗਠਨ ਦੇ ਅੱਜ ਵੀ ਸ਼ਿਵ ਕੁਮਾਰ ਕੱਕਾ ਉਹਨਾਂ ਦੇ ਨਾਲ ਮੈਂਬਰ ਨੇ। तो फिर इतों लगता है भी जिहड़ा राष्ट्रीय किसान महासंघ है ਉਹਦੇ ਉਹ ਪ੍ਰੈਜ਼ੀਡੈਂਟ ਨੇ ਔਰ ਵਾਈਸ ਪ੍ਰੈਜ਼ੀਡੈਂਟ ਨੇ ਜਗਜੀਤ ਸਿੰਘ ਡੱਲੇਵਾਲ ਜੀ। ਫਿਰ ਆਪਾਂ ਜਦੋਂ ਇਹ ਗੱਲ ਇਦਾਂ ਦੀ ਕਰਦੇ ਨੇ ਵੀ ਨਹੀਂ ਜੀ ਇਹ ਰਾਜਨੀਤਿਕ ਤੇ ਗੈਰ ਰਾਜਨੀਤਿਕ ਵਾਲੀ, ਫਿਰ ਕਿਤੇ ਨਾ ਕਿਤੇ ਗੱਲ ਪੈਦਾ ਹੋ ਜਾਂਦੀ ਹੈ, ਸ਼ੱਕ ਪੈਦਾ ਹੋ ਜਾਂਦੀ ਹੈ। ਇਹ ਸ਼ੱਕ ਦਾ ਘੇਰਾ ਬਣਦਾ ਫਿਰ ਵੀ ਆਪਾਂ ਕਿਹਨੂੰ ਕਹਿ ਰਹੇ ਗੈਰ ਰਾਜਨੀਤਿਕ, ਰਾਜਨੀਤਿਕ ਕੌਣ ਹੈ ਤੇ ਗੈਰ ਰਾਜਨੀਤਿਕ ਕੌਣ ਹੈ। ਉਹ ਇਹ ਦਲੀਲ ਦੇ ਕੇ ਵੀ ਇਹ ਚੋਣਾਂ ਲੜਨ ਵਾਲੇ ਤਾਂ 5-6 ਜਥੇਬੰਦੀਆਂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਹਾਮੀ ਬਣਾ ਦਿੰਦੇ ਨੇ ਵੀ ਇਹ ਹਾਮੀ ਸਨ, ਅਸੀਂ ਤਾਂ ਹਾਮੀ ਸਾਂ। ਪਰ ਜਿਹੜੇ ਇਹਨਾਂ ਦੇ ਨਾਲ ਨੇ, ਇਹਨਾਂ ਦੇ ਧੜੇ 'ਚ ਨੇ ਡੱਲੇਵਾਲ ਸਾਹਿਬ ਦੇ, ਉਹ ਪੰਜਾਬ ਮਿਸ਼ਨ 'ਚ ਚੜੂਨੀ ਸਾਹਿਬ ਦੇ ਨਾਲ ਸਨ, ਉਹ ਟਿਕਟਾਂ ਮੰਗ ਰਹੇ ਸਨ। ਜਦੋਂ ਚੜੂਨੀ ਸਾਹਿਬ ਨੇ SSM ਨਾਲ ਸਮਝੌਤਾ ਕਰ ਲਿਆ 10 ਟਿਕਟਾਂ 'ਤੇ, ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਚੜੂਨੀ ਸਾਹਿਬ ਨਾਲ ਨਾਰਾਜ਼ ਹੋ ਖਪਾ ਹੋ ਕੇ ਡੱਲੇਵਾਲ ਸਾਹਿਬ ਨਾਲ ਚਲੇ ਗਏ। ਅਤੇ ਫਿਰ ਉਹ ਜੇ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਚਲੇ ਗਏ, ਫਿਰ ਉਹ ਗੈਰ ਰਾਜਨੀਤੀ ਹੋ ਗਏ। ਜੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ ਫਿਰ ਉਹ ਲੜਦੇ ਨਾ,
ਕੱਲ ਨੂੰ ਵੀ ਉਹਨਾਂ ਨੂੰ ਟਿਕਟਾਂ ਮਿਲਣਗੀਆਂ, ਕੀ ਪਤਾ ਉਹ ਲੜਨ ਨਾ ਲੜਨ, ਉਹਨਾਂ ਦੀ ਇੱਛਾ। ਪਰ ਉਹਨਾਂ ਨੂੰ ਚੋਣਾਂ ਲੜਨੀਆਂ ਨਾਲ ਲੜਨੀਆਂ ਤਾਂ ਇੱਕ ਬਹਾਨਾ ਹੈ ਵੀ ਉਹਨਾਂ ਦਾ ਲੱਗਦਾ ਹੈ ਕਿ ਮਨਸ਼ਾ ਹੈ। ਬਿਲਕੁਲ ਮੈਂ ਇਹ ਦੱਸਾਂਗਾ, ਇੱਕ ਆਗੂ ਅੱਜ ਵੀ ਉਹਨਾਂ ਦੇ ਵਿੱਚ ਹੈ, ਮੈਂ ਨਾਂ ਨਹੀਂ ਲਵਾਂਗਾ, ਪਰ ਅੱਜ ਵੀ ਹੈ ਕਿ ਸੰਗਰੂਰ ਦੀ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੀ ਆਪਣੇ ਹਲਕਾ ਐਮਐਲਏ ਨਾਲ ਬਲਕਾਰ ਸਿੰਘ ਨਾਲ ਜਾ ਕੇ ਪ੍ਰਚਾਰ ਕਰਕੇ ਆਇਆ। ਤੇ ਫਿਰ ਉਹ ਜਿਹੜੇ ਉਹਨਾਂ ਦੀ ਜਥੇਬੰਦੀ 'ਚ ਨੇ ਸਾਰੇ, ਉਹ ਤਾਂ ਰਾਜਨੀਤਿਕ ਪ੍ਰਚਾਰ ਕਰਦੇ ਨੇ, ਤਾਂ ਫਿਰ ਗੈਰ ਸਿਆਸੀ ਕਿਵੇਂ ਹੋ ਗਿਆ ਜੀ? ਉਹ ਵੀ ਧੜਾ, ਮੈਂ ਕਹੂੰਗਾ ਇੱਕ ਬੰਦਾ ਵੀ ਗੈਰ ਸਿਆਸੀ ਨਹੀਂ ਹੈਗਾ, ਸਭ ਸਿਆਸੀ ਨੇ। ਜਿਹੜਾ ਇੱਕ ਵੋਟਰ ਵੋਟ ਪਾਉਂਦਾ ਉਹ ਵੀ ਸਿਆਸੀ ਆ, ਉਹ ਸੋਚ ਕੇ ਵੋਟ ਪਾਉਂਦਾ। ਡੱਲੇਵਾਲ ਸਭ ਖੁਦ ਸਿਆਸੀ ਨੇ, ਜਾਂ ਤਾਂ ਉਹਨਾਂ ਨੂੰ ਪੁੱਛੋ ਵੀ ਵੋਟ ਨਹੀਂ ਪਾਈ, ਜੇ ਵੋਟ ਪਾਈ ਆ ਤਾਂ ਫਿਰ ਕੀ ਸੋਚ ਕੇ ਪਾਈ ਵੀ ਆਹ ਪਾਰਟੀ ਭਲਾ ਕਰੂਗੀ ਜਾਂ ਨਹੀਂ ਕਰੂਗੀ, ਫਿਰ ਉਹ ਸਿਆਸਤ ਨਹੀਂ ਹੋਈ। ਉਹ ਆਦਮੀ ਰਾਜਨੀਤੀ ਸੋਚਦਾ ਵੀ ਇਹ ਮੇਰੇ ਪੰਜਾਬ ਦਾ ਭਲਾ ਕਰਨਗੇ ਜਾਂ ਨਹੀਂ ਕਰਨਗੇ, ਇਹਨਾਂ ਨੂੰ ਐਤਕੀ ਤੋਂ ਭਜਾਉਣਾ ਤੇ ਇਹਨਾਂ ਨੂੰ ਜਿਤਾਉਣਾ, ਫਿਰ ਉਹ ਸਿਆਸਤ ਨਹੀਂ ਹੈ। ਮੈਂ ਜੋ ਸਮਝਦਾ, ਇੱਕ ਉਹ ਰਾਸ਼ਟਰੀ ਕਿਸਾਨ ਮਹਾਸੰਘ ਹੈ ਜਿਹਨੂੰ ਉਹ ਤਕੜਾ ਕਰਨਾ ਚਾਹੁੰਦੇ ਨੇ। ਐਸਕੇਐਮ ਨੂੰ ਆਪਾਂ ਠੇਸ ਪਹੁੰਚਾ ਕੇ, ਤੋੜ ਕੇ, ਇਹ ਕਹਿ ਕੇ ਕਿ ਜੀ ਉਹ ਤਾਂ ਸਿਆਸੀ ਹੈ, ਤੇ ਇਹ ਠੀਕ ਨਹੀਂ ਹੈ। ਮੈਂ ਇਹ ਕਹਾਂਗਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਰਾਸ਼ਟਰੀ ਕਿਸਾਨ ਮਹਾਸੰਘ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਆਰਐਸਐਸ ਨਾਲ ਰਿਲੇਟਡ ਨੇ, ਆਰਐਸਐਸ ਦੇ ਵਿੱਚ ਉਹ ਰਹੇ ਨੇ, ਔਰ ਇਹ ਸ਼ੱਕ ਦੇ ਘੇਰੇ 'ਚ ਆਉਂਦਾ ਫਿਰ ਵੀ ਜਿਹੜਾ ਰਾਸ਼ਟਰੀ ਕਿਸਾਨ ਮਹਾਸੰਘ ਹੈ ਉਹ ਆਰਐਸਐਸ ਹੈ, ਤੇ ਆਰਐਸਐਸ ਕਦੇ ਵੀ ਨਹੀਂ ਚਾਹੇਗੀ ਵੀ ਐਸਕੇਐਮ ਤਕੜਾ ਹੋਵੇ, ਐਸਕੇਐਮ ਨੂੰ ਤੋੜਿਆ ਜਾਵੇ। ਜਗਜੀਤ ਸਿੰਘ ਡੱਲੇਵਾਲ ਹੋਰੀ ਪੰਜਾਬ ਦੇ ਵਿੱਚ ਮੋਰਚਾ ਲਗਾਉਂਦੇ ਨੇ, ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ, ਉੱਥੇ ਉਹ ਇਹ ਸਹਿਮਤੀ ਦਿੰਦੇ ਨੇ ਕਿ ਮੂੰਗੀ ਤੇ ਐਮਐਸਪੀ ਹੋਊਗੀ, ਬਾਸਮਤੀ ਤੇ ਐਮਐਸਪੀ ਹੋਊਗੀ ਤੇ ਗੰਨੇ ਤੇ ਬਗਾਏ। ਉਸ ਤੋਂ ਬਾਅਦ ਦੁਬਾਰਾ ਹੋ ਜਾਂਦੇ ਨੇ, ਚੱਕਾ ਜਾਮ ਦੀ ਕਾਲ ਹੁੰਦੀ ਹੈ ਤੇ ਬੜੀ ਜਲਦੀ ਉਹਨਾਂ ਨੂੰ ਭਗਵੰਤ ਮਾਨ ਨਾਲ ਮੀਟਿੰਗ ਮਿਲ ਜਾਂਦੀ ਹੈ। ਉਸ ਮੀਟਿੰਗ 'ਚ ਉਹ ਗੰਨੇ ਤੇ ਬਕਾਏ ਦੀ ਗੱਲ ਤਾਂ ਕਰਦੇ ਨੇ, ਪਰ ਮੂੰਗੀ ਦੀ ਐਮਐਸਪੀ ਤੇ ਵੀ ਚੁੱਪ ਹੋ ਜਾਂਦੇ ਨੇ, ਬਾਸਮਤੀ ਦੀ ਐਮਐਸਪੀ ਤੇ ਵੀ ਚੁੱਪ ਹੋ ਜਾਂਦੇ ਨੇ। ਤੇ ਜਿਹੜਾ ਦਿੱਲੀ ਮੋਰਚੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਇਹ ਐਮਐਸਪੀ ਵਾਲੀ ਗੱਲ ਤੋਂ ਭੱਜ ਕੇ ਉੱਠ ਆਏ, ਫਿਰ ਕੀ ਐਮਐਸਪੀ ਤੇ ਜਗਜੀਤ ਸਿੰਘ ਡੱਲੇਵਾਲ ਦਾ ਸਟੈਂਡ ਦੋਗਲਾ? ਨਹੀਂ, ਮੈਂ ਪਹਿਲਾਂ ਤਾਂ ਕਹਾਂਗਾ ਵੀ ਉਸ ਮੀਟਿੰਗ ਜਿਹੜੀ ਗੰਨੇ ਦੀ ਗੱਲ ਕੀਤੀ ਹੈ, ਉਹ ਵੀ ਸਾਡੇ ਸੈਕਟਰੀ ਸਾਹਿਬ ਗਏ ਸਨ, ਖੇਤੀਬਾੜੀ ਮੰਤਰੀ ਕੋ ਆ ਫਗਵਾੜਾ ਮਿਲਦਾ ਮਸਲਾ ਲੈ ਕੇ, ਤਦ ਗੰਨੇ ਦੀ ਗੱਲ ਹੋਈ ਨਹੀਂ, ਗੰਨੇ ਦੀ ਵੀ ਨਹੀਂ ਸੀ ਕਰਨੀ। ਇੱਕ ਜ਼ਰੂਰ ਸ਼ੱਕ ਦੇ ਘੇਰੇ 'ਚ ਆਉਂਦਾ ਕਿ ਜਦੋਂ ਪਹਿਲੀ ਮੀਟਿੰਗ ਕਰਦੇ ਚੰਡੀਗੜ੍ਹ ਧਰਨਾ ਲਾ ਕੇ, ਉਦੋਂ ਡੱਲੇਵਾਲ ਸਾਹਿਬ ਜਿਸ ਢੰਗ ਨਾਲ ਭਗਵੰਤ ਮਾਨ ਜੀ ਦੇ ਕਸੀਦੇ ਪੜ੍ਹਦੇ ਆ, ਬਾਹਰ ਆ ਕੇ ਕਹਿੰਦੇ ਆ ਮੁੱਖ ਮੰਤਰੀ ਜੀ ਨੇ ਇੱਕ ਆਹ ਬਹੁਤ ਵੱਡੀ ਗੱਲ ਮੰਨ ਲਈ, ਆਹ ਬਹੁਤ ਵੱਡੀ ਗੱਲ ਮੰਨ ਲਈ, ਮੂੰਗੀ ਵਾਲੀ ਮੰਨ ਲਈ, ਉਹ ਕਰਜ਼ਾ ਮੁਕਤੀ ਵਾਲੀ ਉਹਨਾਂ ਨੇ ਕਿਹਾ ਕੇਂਦਰ ਨਾਲ ਕਰਾਂਗੇ ਗੱਲ, ਪਰਚੇ ਰੱਦ ਹੋ ਜਾਣਗੇ। ਪਰਚੇ ਰੱਦ ਹੁਣ ਅਸੀਂ ਕਰਾਏ ਆ ਕਹਿ ਕੇ, ਅਸੀਂ ਜਦੋਂ ਪ੍ਰੈਸ਼ਰ ਬਣਾਇਆ 31 ਜਥੇਬੰਦੀਆਂ ਨੇ ਵੀ ਅਸੀਂ ਕੋਈ ਪ੍ਰੋਗਰਾਮ ਲੀਕਾਂਗੇ, ਫਿਰ ਖੇਤੀਬਾੜੀ ਮੰਤਰੀ ਨੇ ਕਿਹਾ ਪਰਚੇ ਰੱਦ ਕਰਾਂਗੇ, ਤਾਂ ਫਿਰ ਅਗਲੀ ਮੀਟਿੰਗ ਡੱਲੇਵਾਲ ਸਾਹਿਬ ਦੀ 'ਚ ਮੁੱਖ ਮੰਤਰੀ ਨੇ ਵੀ ਕਿਹਾ ਵੀ ਪਰਚੇ ਰੱਦ ਕਰਾਂਗੇ। ਪਰ ਮੈਂ ਇਹ ਗੱਲ ਕਹਾਂਗਾ ਵੀ ਜਿਹੜੀ ਗੱਲ ਹਰੇਕ ਗੱਲ ਦੀ ਪੇਸ਼ਕਾਰੀ ਬਹੁਤ ਵੱਡੀ ਕਰ ਦੇਣੀ, ਕਿਤੇ ਨਾ ਕਿਤੇ ਸਰਕਾਰ ਦਾ ਪੱਖ ਪੂਰਦੀ ਹੈ, ਤੇ ਫਿਰ ਉੱਥੋਂ ਸ਼ੱਕ ਦਾ ਘੇਰਾ ਪੈਦਾ ਹੁੰਦਾ। ਤੁਸੀਂ ਇੱਕ ਵੇਖੋ, ਮੈਂ 1 ਮਿੰਟ ਤੁਹਾਡਾ ਵੱਧ ਲਵਾਂਗਾ, ਵੀ ਤੁਸੀਂ ਵੇਖੋ ਵੀ ਅਸੀਂ ਸਾਰੇ ਪੰਜਾਬ ਦੇ ਜੋ ਲੋਕ ਜਿਹੜੇ ਜੁਝਾਰੂ ਨੇ, ਜਿਹੜੇ ਖੂਨ ਦੇ ਵਿੱਚ ਥੋੜੀ ਗਰਮੀ ਰੱਖਦੇ ਆ, ਉਹ ਕਹਿੰਦੇ ਨੇ ਵੀ ਇਹ ਜਿਹੜੀ ਕੇਜਰੀਵਾਲ ਦੀ ਟੀਮ ਹੈ ਆਰਐਸਐਸ ਦੀ ਬੀ ਟੀਮ ਹੈ। ਅਸੀਂ ਇਹ ਕਹਿੰਦੇ ਆ, ਇਹ ਕਲੀਅਰ ਹੈ ਵੀ ਆਰਐਸਐਸ ਨੇ ਇਹ ਪਲਾਂਟ ਕੀਤਾ ਕੇਜਰੀਵਾਲ, ਵੀ ਜੇਕਰ ਸ਼ੀਲਾ ਦੀਕਸ਼ਿਤ ਨੂੰ ਦਿੱਲੀ ਤੋਂ ਭਜਾਉਣਾ, ਬੀਜੇਪੀ ਨੂੰ ਤਾਂ ਵੋਟ ਪੈਣੀ ਨਹੀਂ, ਤੇ ਹੋਰ ਬੰਦਾ ਪਲਾਂਟ ਕਰੋ, ਕੋਈ ਨਵੀਂ ਪਾਰਟੀ ਬਣਾ ਕੇ ਬੰਦਾ ਉਹਨਾਂ ਦੇ ਹੋਵੇ, ਤੇ ਉੱਥੇ ਕੇਜਰੀਵਾਲ ਪਲਾਂਟ ਕੀਤਾ। ਪੰਜਾਬ 'ਚ ਭਗਵੰਤ ਮਾਨ ਕੇਜਰੀਵਾਲ ਨੇ ਕੀਤਾ, ਪਰ ਕਮਾਂਡ ਕੇਜਰੀਵਾਲ ਕੋਲ ਹੀ ਹੈ। ਤੇ ਫਿਰ ਇਹ ਕਿਤੇ ਨਾ ਕਿਤੇ ਕੜੀ ਜੁੜਦੀ ਨਜ਼ਰ ਆਉਂਦੀ ਹੈ ਵੀ ਜਿਹੜਾ ਭਗਵੰਤ ਮਾਨ ਨੂੰ ਇਸ਼ਾਰਾ ਹੁੰਦਾ ਆਰਐਸਐਸ ਦਾ, ਤੇ ਫਿਰ ਉਹ ਡੱਲੇਵਾਲ ਸਾਹਿਬ ਨਾਲ ਜਿਹੜੀ ਜਿਸ ਤਰ੍ਹਾਂ ਦਾ ਤਾਲਮੇਲ ਕਰਦੇ ਆ, ਉਹ ਜਾਂ ਡੱਲੇਵਾਲ ਸਾਹਿਬ ਜਿਹੜੇ ਉਹਨਾਂ ਦੇ ਕਸੀਦੇ ਪੜ੍ਹਦੇ, ਤਾਲਮੇਲ ਦੀ ਵੀ ਕੋਈ ਗੱਲ ਨਹੀਂ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਜਦੋਂ ਰਾਜੇਵਾਲ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਜੱਫੀ ਪਾਉਂਦੇ ਨੇ, ਉਹਨਾਂ ਨੂੰ ਮਠਿਆਈ ਖਵਾਉਂਦੇ ਨੇ, ਉਦੋਂ ਡੱਲੇਵਾਲ ਹੋਰੀ ਬਹੁਤ ਆਲੋਚਨਾ ਕਰਦੇ ਨੇ, ਤੇ ਜਦੋਂ ਡੱਲੇਵਾਲ ਹੋਰੀ ਭਗਵੰਤ ਮਾਨ ਨੂੰ ਜੱਫੀ ਪਾਉਂਦੇ ਨੇ, ਫਿਰ ਗੱਲ ਕਿੱਧਰ ਨੂੰ ਜਾਂਦੀ ਹੈ? ਮੈਂ ਉਹ ਦੱਸਣਾ ਚਾਹਾਂਗਾ, ਮੈਂ ਵੀ ਰਾਜੇਵਾਲ ਸਾਹਿਬ ਦੇ ਨਾਲ ਹੀ ਸੀ, ਮੇਰੀਆਂ ਵੀ ਫੋਟੋਆਂ ਨਾਲ ਹੀ ਲੱਗੀਆਂ ਸੀ ਬੇਸਣ ਦੀ ਟੁਕੜੀਆਂ, ਤਾਂ ਡੱਲੇਵਾਲ ਸਾਹਿਬ ਨੇ ਵੱਡੀ ਕਟਾਸ਼ ਕੀਤੀ। ਹਾਲਾਂਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਸੀ ਕਿ 20,000 ਪ੍ਰਤੀ ਏਕੜ ਦਾ ਰੇਟ ਵਧਾ ਕੇ ਦਿੱਤਾ ਕਿਸਾਨਾਂ ਨੂੰ। ਉਹ ਕਿਵੇਂ? 50 ਰੁਪਏ ਕੁਇੰਟਲ ਦੇ 400 ਕੁਇੰਟਲ ਗੰਨਾ ਨਿਕਲਦਾ, 20,000 ਪ੍ਰਤੀ ਏਕੜ ਦਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਸੀ ਕਿ ਅਸੀਂ ਰੇਟ ਵਧਾ ਕੇ ਦਿੱਤਾ ਸਾਰੇ ਐਸਕੇਐਮ ਨੇ। ਯਾਨੀ ਉਦੋਂ ਕੋਈ ਐਸਕੇਐਮ ਦੀ ਪ੍ਰਾਪਤੀ ਸੀ ਐਸਕੇਐਮ ਦੀ, ਉਹ 'ਚ ਡੱਲੇਵਾਲ ਦੀ ਜਥੇਬੰਦੀ ਵੀ ਵਿੱਚ ਉਹਦੇ ਮੌਜੂਦ ਸੀ, ਸ਼ਾਮਲ ਸੀ। ਪਰ ਡੱਲੇਵਾਲ ਸਾਹਿਬ ਨੇ ਉੱਤੇ ਕਟਾਸ਼ ਕਰ ਦਿੱਤਾ ਕਿਉਂਕਿ ਉਹ ਮੀਟਿੰਗ 'ਚ ਗਏ ਨਹੀਂ, ਤੇ ਕੈਪਟਨ ਸਾਹਿਬ ਨਾਲ ਫੋਟੋਆਂ ਲੱਗ ਗਈਆਂ ਰਾਜੇਵਾਲ ਸਾਹਿਬ ਦੀਆਂ, ਤੇ ਚਲੋ ਸਾਡੀਆਂ ਵੀ ਬੱਚਿਆਂ ਦੀਆਂ ਨਾਲ ਲੱਗ ਗਈਆਂ। ਉਹਦੇ ਵਿੱਚ ਇਹਨਾਂ ਨੇ ਕਟਾਸ਼ ਕੀਤਾ ਵੀ ਇਹ ਕੋਈ ਬੇਸਣ ਦੀ ਟੁਕੜੀ ਲਾਉਣ ਵਾਲੀ ਤਾਂ ਗੱਲ ਹੀ ਨਹੀਂ ਸੀ। ਰੇਟ ਜਿਹੜਾ ਸਾਨੂੰ ਇਹ 470,000 ਦੀ ਡਿਮਾਂਡ ਸੀ, ਸਾਨੂੰ 470 ਮਿਲਣਾ ਚਾਹੀਦਾ ਸੀ। ਤੇ ਫਿਰ ਮੈਂ ਡੱਲੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ
ਵੀ ਤੁਸੀਂ ਜੱਫੀ ਪਾਈ ਤਾਂ ਮੂੰਗੀ ਦਾ ਫੇ ਕੀ ਬਣਿਆ, ਮੂੰਗੀ ਤੇ ਲੈ ਲਿਆ ਸਾਰਾ ਕੁਝ। ਮੂੰਗੀ ਦਾ 94-95% ਜਿਹੜੀ ਆ ਉਹ ਪ੍ਰਾਈਵੇਟ ਖਰੀਦੀ ਗਈ ਪ੍ਰਾਈਵੇਟ ਖਰੀਦੀ ਗਈ, ਤੇ ਜਦੋਂ ਆਪ ਜੱਫੀ ਪਾਉਂਦੇ ਨੇ ਫਿਰ ਤਾਂ ਬੜਾ ਚੰਗਾ ਹੈ। ਫਿਰ ਉੱਥੋਂ ਸ਼ੱਕ ਦਾ ਘੇਰਾ ਨਜ਼ਰ ਆਉਂਦਾ ਹੈ ਵੀ ਇਹ ਜਿਹੜੀ ਗੱਲ ਹੈ, ਅਸੀਂ ਤਾਂ ਪ੍ਰਾਪਤੀ ਕੀਤੀ ਸੀ ਨਾ 20,000 ਪ੍ਰਤੀ ਏਕੜ ਦੀ, ਪ੍ਰਾਪਤੀ ਵੀ ਕੋਈ ਨਹੀਂ ਤੇ ਜੱਫੀਆਂ ਵੀ ਪਾ ਲਈਏ ਤੇ ਫਿਰ ਉਹਨਾਂ ਦੇ ਕਸੀਦੇ ਵੀ ਪੜ੍ਹੀ ਜਾਈਏ, ਫਿਰ ਉਹਦੇ ਮਗਰ ਸ਼ੱਕ ਦਾ ਘੇਰਾ ਵੱਧਦਾ ਹੈ ਵੀ ਇਹ ਕਿਤੇ RSS ਦਾ ਇਸ਼ਾਰਾ ਤਾਂ ਨਹੀਂ ਉੱਪਰੋਂ, ਭਈ ਆਹ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਖਤਮ ਕਰੋ ਪੰਜਾਬ 'ਚੋਂ, ਇਹਨਾਂ ਨੂੰ ਇਗਨੋਰ ਕਰੋ। ਤੁਸੀਂ ਵੇਖੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਅਸੀਂ ਪੰਜਾਬ 'ਚ ਵੱਡਾ ਮੋਰਚਾ ਲਾਇਆ। ਇਸ ਵੇਲੇ ਜਿਹੜੀਆਂ 32 ਗਈਆਂ ਸਨ ਦਿੱਲੀ, 32 'ਚੋਂ 22 ਇਹਨਾਂ 31 'ਚ ਹੈ। ਡੱਲੇਵਾਲ ਸਾਹਿਬ ਨਾਲ 5 ਨੇ, ਰਾਜੇਵਾਲ ਸਾਹਿਬ ਵੱਖਰੇ 5 ਲੈ ਕੇ ਹੋ ਗਏ ਵੀ ਅਸੀਂ ਅਜੇ ਨਹੀਂ, ਅਜੇ ਰਾਜਨੀਤੀ ਨੂੰ ਛੱਡਦੇ। ਤੇ ਜਿਹੜੀਆਂ 22 ਨੂੰ ਵੱਡੇ ਧੜੇ ਨੂੰ ਇਗਨੋਰ ਕੀਤਾ ਜਾ ਰਿਹਾ। ਮੁੱਖ ਮੰਤਰੀ ਮੀਟਿੰਗ ਨਹੀਂ ਕਦੇ ਦਿੰਦਾ, ਹੈ ਨਾ ਅਸੀਂ ਮੰਗਦੇ ਹੀ ਹਾਂ, ਸਾਨੂੰ ਲੋੜ ਵੀ ਨਹੀਂ, ਅਸੀਂ ਕੋਈ ਇਹ ਨਹੀਂ ਵੀ ਜਾ ਕੇ ਜੱਫੀਆਂ ਪਾਉਣੀਆਂ। ਪਰ ਮੈਂ ਇਹ ਗੱਲ ਕਹਾਂਗਾ, 22 ਨੂੰ ਤਾਂ ਇਗਨੋਰ ਹੁੰਦਾ ਤੇ 5 ਜਥੇਬੰਦੀਆਂ ਨੂੰ ਉਹ ਮੀਟਿੰਗ ਦਿੰਦਾ, ਮੁੱਖ ਮੰਤਰੀ ਮੁੜ ਦਿੰਦਾ ਹੈ, ਤੇ ਫਿਰ ਉਹਨੂੰ ਇਸ਼ਾਰਾ ਕਿੱਥੋਂ ਹੈ? ਫਿਰ ਉਹ ਕਿਤੇ ਨਾ ਕਿਤੇ ਕੜੀ ਸਾਨੂੰ ਜੁੜਦੀ ਨਜ਼ਰ ਆਉਂਦੀ ਹੈ ਵੀ ਇਹਦੇ ਮਗਰ ਵੱਡੀ ਕੋਈ ਥੰਮ ਬੈਠਾ। ਉਹ ਥੰਮ ਕੌਣ ਹੈ? ਉਹ ਹੈਗੀ ਆ ਦਿੱਲੀ ਤੋਂ ਜਿਹੜੀ ਚੱਲਦੀ ਹੈ, ਜਿਹੜੀ ਉਧਰੋਂ ਜੈਪੁਰ ਕਿੱਥੋਂ ਚੱਲਦੀ ਆ ਉਹ ਮੈਨੂੰ ਪਤਾ ਨਹੀਂ, ਹੈ ਨਾਗਪੁਰ ਤੋਂ ਚੱਲਦੀ ਹੈ, ਉਹ RSS। ਉਹਨੂੰ ਉਹਦਾ ਇਸ਼ਾਰਾ ਹੈ ਵੀ ਭਾਈ ਇਹਨਾਂ ਨੂੰ ਪ੍ਰਮੋਟ ਕਰੋ ਤੇ ਇਹਨਾਂ ਨੂੰ ਡੈਮੇਜ ਕਰੋ ਜਿੰਨਾ ਕਰ ਸਕਦੇ ਹੋ, ਤਾਈਓ ਉਹਨਾਂ ਦੀ ਗੱਲ ਇੱਥੇ ਲਾਗੂ ਹੋਊਗੀ ਪੰਜਾਬ ਦੇ ਵਿੱਚ। ਸੋ ਇਸ ਗੱਲ ਦਾ ਖਦਸ਼ਾ ਹੈ ਸਾਨੂੰ। ਇੱਕ ਆਖਰੀ ਸਵਾਲ ਜ਼ਰੂਰ ਜਾਂਦੇ ਨੇ ਦੱਸੋ। ਸ਼ੋਰ ਨਹੀਂ, ਮੈਂ ਸ਼ੋਰ ਨਹੀਂ ਕਹਿ ਸਕਦਾ ਵੀ ਡੱਲੇਵਾਲ ਸਾਹਿਬ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ RSS ਦੇ ਬੰਦੇ ਨੇ, ਪਰ ਜਿਹੜੀ ਉਹਨਾਂ ਦੇ ਮਗਰ ਤੰਤਰ ਹੈ ਸਾਰਾ, ਸ਼ਿਵ ਕੁਮਾਰ ਕੱਕਾ, ਰਾਸ਼ਟਰੀ ਕਿਸਾਨ ਮਹਾਸੰਘ ਜਿਹਦੇ ਮੈਂਬਰ ਨੇ, ਉਹਦੇ ਮਗਰ RSS ਜ਼ਰੂਰ ਹੈਗੀ ਆ। RSS ਆਪਣੀਆਂ ਸ਼ਾਖਾ ਪੈਦਾ ਕਰਦੀ ਆ। RSS ਹੈਗੀ ਆ ਰਾਸ਼ਟਰੀ ਸੇਵਕ ਸੰਘ ਤੇ ਰਾਸ਼ਟਰੀ ਕਿਸਾਨ ਮਜ਼ਦੂਰ ਮਹਾਸੰਘ, ਮਤਲਬ ਕਹਿਣ ਦਾ ਭਾਵ ਉਹਦੀ ਇੱਕ ਸ਼ਾਖਾ ਹੈ ਤੇ ਉਹਦੀ ਸ਼ਾਖਾ ਦੇ ਮੀਤ ਪ੍ਰਧਾਨ ਨੇ ਡੱਲੇਵਾਲ ਸਾਹਿਬ। ਤੇ ਫਿਰ ਉਹ ਜੋ ਉਤੋਂ ਇਸ਼ਾਰਾ ਆਉਂਦਾ ਫਿਰ ਉਹਨੂੰ ਲਾਗੂ ਕਰਨਾ ਵੀ ਹੁਣ ਇਹਨੂੰ SKM ਨੂੰ ਤੋੜ ਦਿਓ, ਖੇਰੂ ਕਰ ਦਿਓ, ਇਹ ਕਹਿ ਕੇ ਰਾਜਨੀਤਿਕ ਗੈਰ ਰਾਜਨੀਤਿਕ, ਤੇ ਫਿਰ ਉਹਦੇ ਮਗਰ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਜਿਹੜਾ ਖਦਸ਼ਾ ਹੈ। ਮੈਂ ਸ਼ੋਰ ਨਹੀਂ ਕਹਿ ਸਕਦਾ ਜਿੰਨਾ ਚਿਰ ਮੇਰੇ ਕੋਲ ਪ੍ਰੂਫ ਨਹੀਂ। ਮੈਂ ਇਸ ਗੱਲ ਦੀ ਮਾਫੀ ਵੀ ਮੰਗਾਂਗਾ ਵੀ ਜਦੋਂ ਮੇਰੇ ਕੋਲ ਪ੍ਰੂਫ ਹੋ ਗਿਆ ਫਿਰ ਮੈਂ ਸ਼ੋਰ ਕਵਾਂਗਾ, ਪਰ ਹਜੇ ਮੇਰੇ ਕੋਲ ਪ੍ਰੂਫ ਕੋਈ ਨਹੀਂ, ਐਵੇਂ ਮੈਂ ਕਹਿ ਦਿਆਂ। ਪਰ ਸਾਨੂੰ ਖਦਸ਼ਾ ਹੈ ਇਹਦੇ ਮਗਰ ਵੀ ਇਹਦੇ ਮਗਰ RSS ਕੰਮ ਕਰ ਰਹੀ ਹੈ ਜੀ। ਕਿਸਾਨ ਲਹਿਰ ਦੇ ਪੰਜਾਬ ਦੇ ਹਿੱਤ ਵਿੱਚ ਕੀ ਹੈ ਜੀ? ਕੀ ਹੋਣਾ ਚਾਹੀਦਾ ਤੁਹਾਨੂੰ, ਕੀ ਲੱਗਦਾ? ਜਾਂਦੇ ਜਾਂਦੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਕਿਸਾਨ ਲਹਿਰ ਦੇ ਹਿੱਤ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਾਂ ਵੱਖਰੀ ਡਫਲੀ ਵਜਾਉਣੋਂ ਹਟੀਏ, ਇਹਨੂੰ ਏਕੇ 'ਚ ਲਿਆਈਏ। ਸ਼ਬਦ ਇੱਕ ਦੂਜੇ ਤੇ ਚੰਗੇ ਮਾੜੇ ਸਾਰਿਆਂ ਨੇ ਕਹਿ ਲਏ, ਮੈਂ ਵੀ ਕਹੇ ਹੋਣਗੇ, ਮੇਰੇ ਤੇ ਵੀ ਆਖੇ ਗਏ ਹੋਣਗੇ, ਰਾਜੇਵਾਲ ਸਾਹਿਬ ਨੇ ਵੀ ਕਹੇ ਹੋਣਗੇ, ਡੱਲੇਵਾਲ ਸਾਹਿਬ ਨੇ ਵੀ ਕਹੇ ਹੋਣਗੇ, ਇੱਕ ਦੂਜੇ ਨੂੰ ਬੜਾ ਕੁਝ ਕਿਹਾ ਹੋਊਗਾ। ਪਰ ਅਸੀਂ ਆਪਣੇ ਪਰਸਨਲ ਮਫਾਦ, ਪਰਸਨਲ ਰੰਜਿਸ਼, ਆਪਣੀ ਈਗੋ, ਇਹਨੂੰ ਛੱਡਣਾ ਪਊ ਜੇ ਪੰਜਾਬ ਦਾ ਭਲਾ ਚਾਹੁੰਦੇ, ਪੰਜਾਬ ਦੀ ਕਿਸਾਨੀ ਦਾ ਭਲਾ ਚਾਹੁੰਦੇ ਆ। ਤੇ ਪੰਜਾਬ ਦੀ ਕਿਸਾਨੀ ਦਾ ਭਲਾ ਤਾਈਓ ਹੋ ਸਕਦਾ ਜੇ ਇਹਨੂੰ ਏਕੇ 'ਚ ਲੈ ਆਈਏ।